ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਅੰਮ੍ਰਿਤ ਵੇਲੇ ਹਰ ਰੋਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਹੋ ਰਹੀ ਹੈ। 193 ਅੰਗ ਤੇ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਹਿਣ ਲੱਗੇ, ਹਿਰਦੈ ਚਰਨ ਕਮਲ ਪ੍ਰਭ ਧਾਰੇ, ਕਿ ਇਹ ਭਾਈ ਜਿਨ੍ਹਾਂ ਨੇ ਹਿਰਦੈ ਹੁੰਦਾ ਮਨ ਵਿੱਚ ਪ੍ਰਭੂ ਦੇ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਭਾਵ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਕੇ ਰੱਖਿਆ ਹੋਇਆ ਹੈ। ਹਿਰਦੈ ਚਰਨ ਕਮਲ ਪ੍ਰਭ ਧਾਰੇ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਜਾਂ ਪਰਮੇਸ਼ਰ ਦੇ ਨਾਮ ਨੂੰ ਧਾਰਨਾ ਕਰਕੇ ਰੱਖਿਆ ਹੋਇਆ ਹੈ। ਪੂਰੇ ਸਤਿਗੁਰ ਮਿਲ ਨਿਸਤਾਰੇ, ਉਹਨਾਂ ਨੂੰ ਪੂਰਿਆਂ ਸਤਿਗੁਰਾਂ ਨਾਲ ਮੇਲ ਕੇ ਸਾਰ ਸਮੁੰਦਰ ਤੋਂ ਨਿਸਤਾਰੇ ਤਾਰ ਦਿੱਤਾ ਹੈ। ਕਿ ਜਿਨ੍ਹਾਂ ਨੇ ਹਿਰਦੇ ਵਿੱਚ ਮਨ ਵਿੱਚ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਜਾਂ ਨਾਮ ਨੂੰ ਧਾਰਨ ਕਰਕੇ ਰੱਖਿਆ ਹੋਇਆ ਹੈ, ਉਹਨਾਂ ਨੂੰ ਪੂਰਿਆਂ ਸਤਿਗੁਰਾਂ ਨਾਲ ਪਰਮੇਸ਼ਰ ਨੇ ਮੇਲ ਕੇ ਸੰਸਾਰ ਸਮੁੰਦਰ ਤੋਂ ਉਤਾਰ ਦਿੱਤਾ ਹੈ। ਪੂਰੇ ਸਤਿਗੁਰ ਮਿਲ ਨਿਸਤਾਰੇ, ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਜਾਂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਸੰਸਾਰ ਵਿੱਚੋਂ ਨਿਸਤਾਰੇ ਤਾਰ ਦਿੱਤਾ ਹੈ। ਗੋਬਿੰਦ ਗੁਣ ਗਾਵਹੋ ਮੇਰੇ ਭਾਈ, ਮਹਾਰਾਜ ਜੀ ਕਹਿਣ ਲੱਗੇ, ਜਿਸ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਉਹ ਤਾਰ ਦਿੰਦਾ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹੜਾ ਉਹ ਇਸ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਇਸੇ ਕਰਕੇ ਗੋਬਿੰਦ ਗੁਣ ਗਾਵੋ ਮੇਰੇ ਭਾਈ, ਚੇਤਨ ਦੀ ਅੰਸ ਹੋਣ ਕਰਕੇ ਹੇ ਮੇਰੇ ਭਾਈ ਭਰਾਵੋ ਤੁਸੀਂ ਗੋਬਿੰਦ ਗੁਣ ਗਾਵੋ। ਗੋਬਿੰਦ ਗੋ ਧਰਤੀ ਬਿੰਦ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਅਤੇ ਮਿਲ ਸਾਧੂ ਹਰ ਨਾਮ ਧਿਆਈ, ਅਤੇ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲਣ ਕਰਕੇ ਮਿਲਾਪ ਕਰਕੇ ਅਕਾਲ ਪੁਰਖ ਦੇ ਨਾਮ ਨੂੰ ਧਿਆਇਆ ਕਰੋ। ਕਿ ਜਿਸ ਅਕਾਲ ਪੁਰਖ ਦੇ ਨਾਮ ਜਪਣ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਗੋਬਿੰਦ ਗੁਣ ਗਾਵਹੋ ਮੇਰੇ ਭਾਈ, ਕਿ ਚੇਤਨ ਦੀ ਅੰਸ ਹੋਣ ਕਰਕੇ ਹੇ ਮੇਰੇ ਭਾਈ ਭਰਾਵੋ ਤੁਸੀਂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਅਤੇ ਮਿਲ ਸਾਧੂ ਹਰ ਨਾਮ ਧਿਆਈ, ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ, ਸਾਧੂਆਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ, ਕਿ ਸੰਗਤ ਦਾ ਮਿਲਾਪ ਕਰਕੇ ਅਕਾਲ ਪੁਰਖ ਦੇ ਨਾਮ ਨੂੰ ਧਿਆਇਆ ਕਰੋ। ਰਹਾਉ
ਮਹਾਰਾਜ ਜੀ ਕਹਿਣ ਲੱਗੇ, ਦੁਲੱਭ ਦੇ ਹੋਈ ਪ੍ਰਵਾਨ। ਇਹ ਦੁਲੱਭ, ਇਹ ਕਠਿਨਤਾਈ ਨਾਲ ਲੱਭਣ ਵਾਲੀ ਦੇਹੀ ਉਹਨਾਂ ਦੀ ਪ੍ਰਮਾਣ ਹੋਈ ਹੈ, ਸਫਲੀ ਹੋਈ ਹੈ। ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਜਿਨ੍ਹਾਂ ਨੇ ਸਤਿਗੁਰਾਂ ਤੋਂ, ਪੂਰਨ ਗੁਰੂ ਤੋਂ ਨਾਮ ਦਾ ਨਿਸ਼ਾਨਾ, ਨਾਮ ਦਾ ਪਰਵਾਨਾ ਪਾਇਆ ਹੈ। ਜੋ ਨਾਮ ਦਾ ਪਰਚਾ ਹੈ, ਜਿਸ ਦੇ ਨਾਲ ਪਰਲੋਕ ਦੇ ਵਿੱਚ ਵਡਿਆਈ ਮਿਲਣੀ ਹੈ, ਪਰਵਾਨਾ ਮਿਲਿਆ ਹੈ ਜਿਨ੍ਹਾਂ ਨੂੰ, ਉਹਨਾਂ ਨੇ ਇਹ ਕਠਿਨਤਾਈ ਨਾਲ ਲੱਭਣ ਵਾਲੀ ਦੇਹੀ ਹੈ ਜਿਹੜੀ ਸਫਲ ਹੋਈ ਹੈ, ਪ੍ਰਵਾਣੀਕ ਹੋਈ ਹੈ। ਜਿਨ੍ਹਾਂ ਨੇ ਸਤਿਗੁਰਾਂ ਤੋਂ ਨਾਮ ਦਾ ਪਰਵਾਨਾ ਪਾਇਆ ਹੈ, ਪ੍ਰਾਪਤ ਕੀਤਾ ਹੈ। ਲੱਖ ਅਰਥ ਰੂਪ ਦੀ ਸਖਿਆਤਤਾ ਵਾਲਾ ਜੋ ਨਾਮ ਸੱਚਾ ਨਿਸ਼ਾਨਾ ਹੈ, ਉਸ ਨੂੰ ਲੱਖਣਾ ਬਿਰਤੀ ਦੁਆਰਾ ਪਾ ਲਿਆ ਹੈ। ਸਤਿਗੁਰਾਂ ਤੋਂ ਨਾਮ ਦੀ ਨਿਸ਼ਾਨੀ ਪਾ ਲਈ ਹੈ। ਪਰਮੇਸ਼ਰ ਦਾ ਨਾਮ ਜੋ ਧੌਂਸਿਆਂ ਦੀ ਨਿਆਈ ਹੈ, ਉਸ ਨੂੰ ਭਗਤ ਜਨਾਂ ਨੇ ਸਤਿਗੁਰਾਂ ਤੋਂ ਪ੍ਰਾਪਤ ਕੀਤਾ ਹੈ। ਕਹੋ ਕਬੀਰ ਜੇ ਕਿਰਪਾ ਧਾਰੈ, ਦੇ ਸੱਚਾ ਨਿਸ਼ਾਨਾ। ਸਗਲ ਭਗਤ ਜਾਂ ਚੈ ਨਿਸ਼ਾਨ। ਭਗਤ ਕਬੀਰ ਜੀ ਵੀ ਦੱਸਦੇ ਹਨ। ਮਲਾਰ ਰਾਗ ਦੇ ਵਿੱਚ ਨਾਮਦੇਵ ਜੀ ਵੀ ਕਹਿਣ ਲੱਗੇ, ਸਗਲ ਭਗਤ ਜਾਂ ਕੈ ਨਿਸ਼ਾਨ, ਕਿ ਉਹ ਹੀ ਸਾਰੇ ਭਗਤ ਜਨ ਹਨ ਜਿਨ੍ਹਾਂ ਕੋਲੇ ਨਾਮ ਦਾ ਨਿਸ਼ਾਨਾ, ਨਾਮ ਦਾ ਪਰਵਾਨਾ ਹੈ। ਕਹੋ ਕਬੀਰ ਜੇ ਕਿਰਪਾ ਧਾਰੈ। ਭਗਤ ਕਬੀਰ ਜੀ ਮਹਾਰਾਜ, ਭਗਤ ਕਬੀਰ ਜੀ ਕਹਿਣ ਲੱਗੇ, ਜਿਸ ਨੂੰ ਪਰਮੇਸ਼ਰ ਕਿਰਪਾ ਧਾਰੈ, ਕਿਰਪਾ ਕਰ ਦਿੰਦਾ ਹੈ ਤੇ ਕਿਰਪਾ ਕਰਕੇ ਦੇ ਸੱਚਾ ਨਿਸ਼ਾਨਾ, ਉਹਨਾਂ ਨੂੰ ਨਾਮ ਦਾ ਨਿਸ਼ਾਨਾ, ਨਾਮ ਦਾ ਪਰਵਾਨਾ ਦੇ ਦਿੰਦਾ ਹੈ। ਹਾਰ ਸਿਮਰਤ ਪੂਰਨ ਪਦ ਪਾਇਆ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਹਰ ਸਿਮਰਤ ਪੂਰਨ ਪਦ ਪਾਇਆ, ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਉਹਨਾਂ ਨੇ ਪੂਰਨ ਪਦਵੀ ਭਾਵ ਕੈਵਲ ਮੋਖ ਨੂੰ ਪਾ ਲਿਆ ਹੈ। ਅਤੇ ਸਾਧ ਸੰਗ ਭੈ ਭਰਮ ਮਿਟਾਇਆ। ਉਹਨਾਂ ਨੇ ਸਾਧ ਸੰਗ, ਸਤ ਸੰਗਤ ਵਿੱਚ ਮਿਲ ਕਰਕੇ 7 ਪ੍ਰਕਾਰ ਦਾ ਡਰ ਅਤੇ 5 ਪ੍ਰਕਾਰ ਦਾ ਭਰਮ ਮਿਟਾ ਲਿਆ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਕਿ ਉਹਨਾਂ ਨੇ ਪੂਰਨ ਪਦਵੀ ਕੈਵਲ ਮੋਖ ਨੂੰ ਪਾ ਲਿਆ ਹੈ। ਜਤ ਕਤ ਦੇਖੋ ਤਤ ਰਹਿਆ ਸਮਾਏ। ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਕਿ ਪੂਰਨ ਪਦਵੀ ਪਾ ਲਈ ਹੈ, ਕੈਵਲ ਮੋਖ ਨੂੰ ਪਾ ਲਿਆ ਹੈ। ਜਿੱਥੇ ਕਿਤੇ ਵੀ ਉਹ ਦੇਖਦੇ ਹਨ, ਉੱਥੇ ਹੀ ਪਰਮੇਸ਼ਰ ਸਮਾ ਰਿਹਾ, ਉਹਨਾਂ ਨੂੰ ਵਿਆਪਕ ਆ ਰਿਹਾ ਹੈ। ਨਾਨਕ ਦਾਸ ਹਰਿ ਕੀ ਸਰਣਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਸੇਵਕ ਪਰਮੇਸ਼ਰ ਦੀ ਸਰਨ, ਪਰਮੇਸ਼ਰ ਦੀ ਓਟ ਵਿੱਚ ਆਏ ਹਾਂ। ਜੋ ਵੀ ਦਾਸ, ਜੋ ਵੀ ਜਨ ਹਰੀ ਦੀ ਸਰਨ ਵਿੱਚ ਪਏ ਹਨ, ਉਹ ਜਤ ਕਤ ਜਿੱਥੇ ਕਿਤੇ ਭਾਵ ਲੋਕ ਪਰਲੋਕ ਵਿੱਚ ਪਰਮੇਸ਼ਰ ਨੂੰ ਸਮਾਇਆ ਹੋਇਆ ਵਿਆਪਕ ਦੇਖਦੇ ਹਨ। ਗੌੜੀ ਮਹੱਲਾ ਪੰਜਵਾ। ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਉ। ਪਾਰ ਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ। ਰਹਾਉ ਚਰਨ ਕਮਲ ਹਿਰਦੈ ਉਰ ਧਾਰੀ, ਮਾਨ ਤਾਨ ਧਨ ਗੁਰ ਪ੍ਰਾਨ ਆਧਾਰੀ। ਸਾਫਲ ਜਨਮ ਹੋਵੈ ਪਰਵਾਨ, ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਸੰਤ ਧੂਰ ਪਾਈਐ ਵਡ ਭਾਗੀ, ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ।
ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ। ਗੁਰ ਜੀ ਕੇ ਦਰਸ਼ਨ ਕੋ ਬਲ ਜਾਓ। ਸਤਿਗੁਰੂ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰਿਆਂ ਨੂੰ ਬਲਿਹਾਰ ਕੁਰਬਾਨ ਜਾਂਦੇ ਹਾਂ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਅਸੀਂ ਤਾਂ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦਾ ਜਪ ਜਪ ਜੀਵਾਂ ਕਿ ਜਪ ਜਪ ਭਾਵ ਰਸਨਾ ਨਾਲ ਉਚਾਰਨ ਕਰਕੇ ਮਨ ਨਾਲ ਜਾਪ ਕਰਕੇ ਜੀਵਣਾ ਕਰਦੇ ਹਾਂ। ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਓ। ਕਿ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਅਸੀਂ ਤਾਂ ਸਤਿਗੁਰ ਨਾਓ, ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦਾ ਜਾਪ ਜਾਪ ਭਾਵ ਰਸਨਾ ਨਾਲ ਉਚਾਰਨ ਕਰਕੇ ਮਨ ਨਾਲ ਜਾਪ ਕਰਕੇ ਜੀਵਣਾ ਕਰਦੇ ਹਾਂ, ਜਿਉਣਾ ਕਰਦੇ ਹਾਂ। ਪਾਰ ਬ੍ਰਹਮ ਪੂਰਨ ਗੁਰਦੇਵ। ਹੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਾਰ, ਬ੍ਰਹਮ ਵਿਆਪਕ ਗੁਰਦੇਵ, ਗੁਰ ਜਮਾ ਦੇਵ, ਗੁਰ ਚੇਤਨ ਦੇਵ, ਪ੍ਰਕਾਸ਼ ਰੂਪ ਅਤੇ ਸਰਬ ਥਾਈਂ ਪੂਰਨ ਵਿਆਪਕ ਪਰਮੇਸ਼ਰ ਜੀ, ਕਰ ਕਿਰਪਾ ਲਾਗੋਂ ਤੇਰੀ ਸੇਵ। ਮੇਰੇ ਉੱਪਰ ਕਿਰਪਾ ਦਇਆ ਦ੍ਰਿਸ਼ਟੀ ਕਰੋ, ਜੋ ਮੈਂ ਤੇਰੀ ਜੋ ਮੈਂ ਤੁਹਾਡੀ ਸੇਵਾ ਵਿੱਚ ਲੱਗਣਾ ਕਰਾਂ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਚਰਨ ਕਮਲ ਹਿਰਦੈ ਉਰ ਧਾਰੀ। ਗੁਰਾਂ ਦੇ ਚਰਨਾਂ ਕਮਲਾਂ ਨੂੰ ਮਹਾਰਾਜ ਜੀ ਕਹਿਣ ਲੱਗੇ, ਮੈਂ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਾਂ। ਗੁਰਾਂ ਦੇ ਚਰਨਾਂ ਕਮਲਾਂ ਨੂੰ ਭਾਵ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਨਾਮ ਨੂੰ ਮੈਂ ਹਿਰਦੇ ਵਿੱਚ ਧਾਰਨ ਕਰਕੇ ਰੱਖਾਂ, ਕਿਉਂਕਿ ਮੇਰੀ ਤਨ ਮਨ ਧਨ ਅਤੇ ਪ੍ਰਾਣਾਂ ਦਾ ਆਸਰਾ ਰੂਪ ਗੁਰੂ ਦੇ ਚਰਨ ਕਮਲ ਜਾਂ ਗੁਰੂ ਦਾ ਨਾਮ ਹੀ ਹੈ, ਗੁਰੂ ਦਾ ਉਪਦੇਸ਼ ਹੀ ਹੈ। ਸਫਲ ਜਨਮ ਹੋਵੇ ਪਰਵਾਨ। ਉਹਨਾਂ ਦਾ ਮਨੁੱਖਾ ਜਨਮ ਸੰਸਾਰ ਵਿੱਚ ਸਫਲਾ ਸਹਿਤ ਗਿਆਨ ਫਲਦੇ ਹੈ ਅਤੇ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ। ਉਹ ਪਰਲੋਕ ਵਿੱਚ ਵੀ ਪ੍ਰਮਾਣਿਕ ਹੁੰਦੇ ਹਨ। ਜਿਨ੍ਹਾਂ ਨੇ ਪੂਜਨੀਕ ਪਾਰ ਬ੍ਰਹਮ ਪਰਮੇਸ਼ਰ ਨੂੰ ਨਿਕਟ ਨੇੜੇ ਕਰਕੇ ਜਾਣਨਾ ਕੀਤਾ ਹੈ, ਉਹਨਾਂ ਦਾ ਮਨੁੱਖਾ ਜਨਮ ਸੰਸਾਰ ਵਿੱਚ ਸਫਲੇ ਹੁੰਦੇ ਹਨ ਕਿ ਸਹਿਤ ਗਿਆਨ ਫਲਦੇ ਅਤੇ ਉਹ ਪਰਲੋਕ ਵਿੱਚ ਵੀ ਪ੍ਰਵਾਣਿਕ ਹੁੰਦੇ ਹਨ। ਕਿ ਜਿਨ੍ਹਾਂ ਨੇ ਪੂਜਨੀਕ ਪਰਮੇਸ਼ਰ ਨੂੰ ਨੇੜੇ ਕਰਕੇ ਜਾਣਨਾ ਕੀਤਾ ਹੈ, ਸੰਤ ਧੂਰ ਪਾਈਐ ਵਡਭਾਗੀ। ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ। ਉਹਨਾਂ ਦਾ ਨਾਮ ਹੀ ਸੰਤ ਹੈ ਕਿ ਜਿਨ੍ਹਾਂ ਨੇ ਗੁਰੂ ਪੂਜਨੀਕ ਪਰਮੇਸ਼ਰ ਨੂੰ ਨੇੜੇ ਕਰਕੇ ਜਾਣਨਾ ਕੀਤਾ ਹੈ ਕਿ ਉਹਨਾਂ ਦਾ ਨਾਮ ਹੀ ਸੰਤ ਹੈ। ਉਹਨਾਂ ਦੀ ਚਰਨ ਧੂੜੀ ਵਡਭਾਗੀ ਪਾਈ ਹੈ, ਵੱਡੇ ਭਾਗਾਂ ਕਰਕੇ ਪਾਈਂਦੀ ਹੈ। ਸ਼ਾਂਤ ਆਤਮਾ ਵਾਲੇ ਗੁਰਾਂ ਦੀ ਚਰਨ ਧੂੜੀ ਵੱਡਿਆਂ ਭਾਗਾਂ ਕਰਕੇ ਪਾਈਂਦੀ ਹੈ। ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਾਂ ਨਾਲ ਭੇਟਤ ਮਿਲਣ ਕਰਕੇ ਉਹਨਾਂ ਦੀ ਪਰਮੇਸ਼ਰ ਦੇ ਨਾਲ ਬਿਰਤੀ ਲੱਗ ਗਈ ਹੈ, ਜੁੜ ਗਈ ਹੈ। ਕਿ ਬਿਰਤੀ ਜੁੜਨ ਕਰਕੇ ਉਹਨਾਂ ਦਾ ਨਾਮ ਹੀ ਸੰਤ ਹੈ। ਉਹਨਾਂ ਦੀ ਚਰਨ ਧੂੜੀ ਵੱਡਿਆਂ ਭਾਗਾਂ ਕਰਕੇ ਪਾਈਂਦੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਸੰਤ ਧੂਰ ਪਾਈਐ ਵਡਭਾਗੀ, ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ। ਕਿ ਜਿਨ੍ਹਾਂ ਨੇ
ਜਿਨ੍ਹਾਂ ਦੀ ਲਿਵ ਬਿਰਤੀ ਪਰਮੇਸ਼ਰ ਦੇ ਨਾਲ ਜੁੜ ਗਈ ਹੈ, ਉਹਨਾਂ ਦਾ ਨਾਮ ਹੀ ਸੰਤ ਹੈ। ਉਹਨਾਂ ਦੀ ਚਰਨ ਧੂੜੀ ਵੱਡਿਆਂ ਭਾਗਾਂ ਕਰਕੇ ਪਾਈਂਦੀ ਹੈ। ਸ਼ਾਂਤ ਆਤਮਾ ਵਾਲੇ ਗੁਰਾਂ ਦੀ ਚਰਨ ਧੂੜੀ ਵੱਡਿਆਂ ਭਾਗਾਂ ਕਰਕੇ ਪਾਈਂਦੀ ਹੈ। ਗੌੜੀ ਮਹੱਲਾ ਪੰਜਵਾ। ਕਰੈ ਦੋਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਕਰੈ ਦੋਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਹੀਅਲ ਏਕ ਸਮਾਨ ਰਹਾਉ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜੰਪਰ ਬਾਧਾ ਚੋਟਾਂ ਖਾਵੈ। ਅਨਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ ਕਰ ਰਹੇ ਹਨ। ਸਾਰੇ ਪੱਖ ਮਹਾਰਾਜ ਜੀ ਪੇਸ਼ ਕਰਦੇ ਹਨ ਕਿ ਨਾਮ ਜਪਣ ਵਾਲਿਆਂ ਦੀ ਵਡਿਆਈ ਕਰਦੇ ਹਨ। ਜਿਹੜੇ ਖੋਟੇ ਕਰਮ ਕਰਦੇ ਹਨ ਉਹਨਾਂ ਦਾ ਪਰਦਾਫਾਸ਼ ਵੀ ਕਰ ਦਿੰਦੇ ਹਨ। ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਕਰੈ ਦੋਹ ਕਰਮ। ਜਿਹੜਾ ਪੁਰਸ਼ ਦੋਹ ਕਰਮ ਖੋਟੇ ਕਰਮ ਕਰਦਾ ਹੈ, ਦਿਖਾਵੈ ਹੋਰ ਪਰ ਦਿਖਾਉਂਦਾ ਹੋਰ ਹੈ। ਖੋਟੇ ਕਰਮ ਕਰਦਾ ਹੈ ਤੇ ਉੱਤੋਂ ਦਿਖਾਵਾ ਹੋਰ ਬਣਾ ਲੈਂਦਾ ਹੈ। ਭਾਵ ਅੰਦਰ ਵੜ ਕੇ ਤਾਂ ਵਿਕਾਰ ਭੋਗਦਾ ਹੈ, ਪਰ ਲੋਕ ਦਿਖਾਵੇ ਨੂੰ ਬੜੇ ਸਾਧਨ ਆਦਿਕ ਸ਼ੁਭ ਕਰਮ ਕਰਕੇ ਦਿਖਾਉਣਾ ਕਰਦਾ ਹੈ। ਕਰੈ ਦੋਹ ਕਰਮ ਦਿਖਾਵੈ ਹੋਰ, ਕਿ ਜਿਹੜਾ ਪੁਰਸ਼ ਦੋਹ ਕਰਮ ਖੋਟੇ ਕਰਮ ਕਰਦਾ ਹੈ ਪਰ ਦਿਖਾਉਂਦਾ ਹੋਰ ਹੈ। ਭਾਵ ਅੰਦਰ ਵੜ ਕੇ ਤਾਂ ਵਿਕਾਰ ਭੋਗਦਾ ਹੈ, ਪਰ ਲੋਕ ਦਿਖਾਵੇ ਨੂੰ ਬੜੇ ਸਾਧਨ ਆਦਿ ਸ਼ੁਭ ਕਰਮ ਕਰਕੇ ਦਿਖਾਉਂਦਾ ਹੈ। ਇਸ ਪ੍ਰਕਾਰ ਦੇ ਪੁਰਖ ਨੂੰ ਰਾਮ ਕੀ ਦਰਗਹਿ ਬਾਧਾ ਚੋਰ, ਕਿ ਜਿਹੜਾ ਇਸ ਪ੍ਰਕਾਰ ਦੇ ਕਰਮ ਕਰਦਾ ਹੈ ਉਸ ਪੁਰਖ ਨੂੰ ਪਰਮੇਸ਼ਰ ਦੀ ਦਰਗਾਹ, ਪਰਮੇਸ਼ਰ ਦੀ ਨਿਆਏ, ਪਰਮੇਸ਼ਰ ਦੀ ਸਭਾ ਵਿੱਚ ਚੋਰ ਬਣਾ ਕੇ ਬੰਨ੍ਹਿਆ ਜਾਂਦਾ ਹੈ। ਚੋਰੀ ਕਰਨ ਵਾਲਿਆਂ ਨੂੰ ਵਿਦਵਾਨਾਂ ਨੇ 4 ਹਿੱਸਿਆਂ ਵਿੱਚ ਵੰਡਿਆ ਹੈ। ਚੋਰੀ ਕਰਨ ਵਾਲਿਆਂ ਨੂੰ ਵਿਦਵਾਨਾਂ ਨੇ 4 ਹਿੱਸਿਆਂ ਵਿੱਚ ਵੰਡਿਆ ਹੈ। ਨੰਬਰ 1 ਧਨ ਦੇ ਚੋਰ, ਜੋ ਕਿਸੇ ਦਾ ਧਨ ਦੌਲਤ ਆਦਿਕ ਪਦਾਰਥ ਚੋਰੀ ਕਰਦੇ ਹਨ। ਨੰਬਰ 2 ਮਨ ਦੇ ਚੋਰ, ਅਨੇਕਾਂ ਤਰ੍ਹਾਂ ਦੇ ਪਾਪ ਕਰਕੇ ਮਨ ਵਿੱਚ ਲੁਕੋ ਕੇ ਰੱਖਣੇ। ਨੰਬਰ 3 ਭਜਨ ਸਿਮਰਨ ਵੱਲੋਂ ਚੋਰ, ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਨਾਮ ਦੇ ਚੋਰ। ਨੰਬਰ 4 ਕਵਿਤਾ ਦੇ ਚੋਰ, ਕਿਸੇ ਦੀ ਕਵਿਤਾ ਆਦਿਕ ਚੁਰਾ ਲੈਣੀ ਤੇ ਆਪਣਾ ਨਾਂ ਲਿਖ ਦੇਣਾ ਕਿ ਮੈਂ ਇਹ ਕਵਿਤਾ ਲਿਖੀ ਹੈ। ਇਸ ਬਾਰੇ ਵੀ ਹੈ, ਏਕ ਕਵੀ ਹੈ ਭਾਰਜਾ, ਏਕ ਕਵੀ ਹੈ ਪੂਤ, ਏਕ ਕਵੀ ਹੈ ਮਿੱਤਰ ਵਰ, ਏਕ ਕਵੀ ਅਵਧੂਤ। ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰ ਵਰ, ਕੌਣ ਕਵੀ ਅਵਧੂਤ। ਕਾਵ ਚੁਰਾਵੇ ਭਾਰਜਾ, ਅਰਥ ਚੁਰਾਵੇ ਪੂਤ, ਦ੍ਰਿਸ਼ਟਾਂਤ ਚੁਰਾਏ ਮਿੱਤਰ ਵਰ, ਸੁੱਤੇ ਰਚੇ ਅਵਧੂਤ। ਕਿ 4 ਪ੍ਰਕਾਰ ਦੇ ਇਹ ਚੋਰ ਕਹੇ ਨੇ ਮਹਾਰਾਜ ਜੀ ਨੇ।
ਰਾਮ ਰਮੈ ਸੋਈ ਰਮਾਣਾ। ਜੋ ਰਾਮ ਪਰਮੇਸ਼ਰ ਨੂੰ ਉਚਾਰਨ ਕਰਦਾ ਹੈ, ਸੋਈ ਰਮਾਣਾ, ਉਹ ਹੀ ਰਮਾਣਾ ਰਾਮ ਦਾ ਸੇਵਕ ਹੁੰਦਾ ਹੈ। ਰਾਮ ਰਮੈ ਸੋਈ ਰਮਾਣਾ। ਜੋ ਰਾਮ ਰਮੇ ਹੋਏ ਪਰਮੇਸ਼ਰ ਨੂੰ ਰਮੈ ਉਚਾਰਨ ਕਰਦਾ ਹੈ, ਉਸ ਦਾ ਨਾਮ ਜਪਦਾ ਹੈ, ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ, ਸੋਈ ਰਮਾਣਾ, ਉਹੀ ਰਮਾਣਾ ਰਾਮ ਦਾ ਸੇਵਕ ਹੁੰਦਾ ਹੈ। ਕਿਉਂਕਿ ਉਸ ਸੇਵਕ ਨੂੰ ਨਿਸ਼ਚਾ ਹੈ ਕਿ ਪਰਮੇਸ਼ਰ ਜਲ ਥਲ ਮਹੀਲ ਏਕ ਸਮਾਣਾ, ਕਿ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਪਰਮੇਸ਼ਰ ਜਲ ਥਲ, ਜਲਾਂ ਥਲਾਂ ਵਿੱਚ, ਮਹੀਲ, ਮਹੀ ਅਤੇ ਅਲ, ਧਰਤੀ ਅਤੇ ਆਕਾਸ ਆਦਿਕ ਸਾਰੇ ਥਾਂ ਇੱਕੋ ਹੀ ਸਮਾਣਾ ਸਮਾਇਆ ਹੋਇਆ ਹੈ। ਜੋ ਪਰਮੇਸ਼ਰ ਨੂੰ ਉਚਾਰਨ ਕਰਦਾ ਹੈ, ਉਹ ਹੀ ਰਾਮ ਦਾ ਸੇਵਕ ਹੈ। ਕਿਉਂਕਿ ਉਸ ਸੇਵਕ ਨੂੰ ਨਿਸ਼ਚਾ ਹੈ ਕਿ ਪਰਮੇਸ਼ਰ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਕਿ ਧਰਤੀ ਅਤੇ ਆਕਾਸ ਆਦਿਕ ਸਾਰੇ ਥਾਂ ਇੱਕੋ ਹੀ ਉਹ ਪਰਮੇਸ਼ਰ ਸਮਾਇਆ ਹੋਇਆ ਹੈ। ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜੰਪੁਰ ਬਾਧਾ ਚੋਟਾਂ ਖਾਵੈ। ਮਹਾਰਾਜ ਜੀ ਕਹਿਣ ਲੱਗੇ, ਜਿਸ ਪੁਰਖ ਦੇ ਅੰਤਰ ਅੰਦਰ ਦਿਲ ਵਿੱਚ ਤਾਂ ਵਿਸ਼ਿਆਂ ਵਿਕਾਰਾਂ ਦੇ ਭੋਗਣ ਦੀ ਲਾਲਸਾ ਰੂਪ ਜ਼ਹਿਰ ਹੋਵੇ, ਮੁਖ ਅੰਮ੍ਰਿਤ ਸੁਣਾਵੈ, ਬਾਹਰੋਂ ਮੁਖ ਰਾਹੀਂ ਲੋਕਾਂ ਨੂੰ ਅੰਮ੍ਰਿਤ ਰੂਪ ਧਰਮ ਦਾ ਉਪਦੇਸ਼ ਸੁਣਾਉਣਾ ਕਰੇ। ਜੰਪੁਰ ਬਾਧਾ ਚੋਟਾਂ ਖਾਵੈ, ਐਸਾ ਪੁਰਖ ਜੰਪੁਰ ਜਮਾਂ ਦੀ ਪੁਰੀ ਵਿੱਚ ਬੰਨਿਆ ਹੋਇਆ ਚੋਟਾਂ ਖਾਂਦਾ ਹੈ, ਸੱਟਾਂ ਖਾਂਦਾ ਹੈ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਿਸ ਪੁਰਖ ਦੇ ਅੰਤਰ ਅੰਦਰ ਦਿਲ ਵਿੱਚ ਤਾਂ ਵਿਸ਼ਿਆਂ ਵਿਕਾਰਾਂ ਦੇ ਭੋਗਣ ਦੀ ਲਾਲਸਾ ਰੂਪ ਜ਼ਹਿਰ ਹੋਵੇ, ਤੇ ਬਾਹਰੋਂ ਮੁਖ ਅੰਮ੍ਰਿਤ ਸੁਣਾਵੈ, ਮੁਖ ਰਾਹੀਂ, ਮੂੰਹ ਰਾਹੀਂ ਲੋਕਾਂ ਨੂੰ ਅੰਮ੍ਰਿਤ ਰੂਪੀ ਧਰਮ ਦਾ ਉਪਦੇਸ਼ ਸੁਣਾਉਣਾ ਕਰੇ। ਐਸਾ ਪੁਰਖ ਜਮਾਂ ਦੀ ਪੁਰੀ ਵਿੱਚ ਬੰਨਿਆ ਹੋਇਆ ਸੱਟਾਂ ਖਾਂਦਾ ਹੈ, ਤੇ ਅਨਕ ਪੜਦੇ ਮੈਂ ਕਮਾਵੈ ਵਿਕਾਰ। ਜੋ ਅਨਕ ਅਨੇਕ ਪਰਦਿਆਂ ਦੇ ਵਿੱਚ ਲੁਕ ਕਰਕੇ ਵਿਕਾਰ ਪਾਪ ਕਰਮ ਕਮਾਉਂਦਾ ਹੈ। ਖਿਨ ਮੈਂ ਪ੍ਰਗਟ ਹੋਏ ਸੰਸਾਰ, ਉਹ ਸਾਰੇ ਇੱਕ ਖਿਨ, ਇੱਕ ਛਿਨ ਅੱਖ ਝਮਕਣ ਦੇ ਸਮੇਂ ਵਿੱਚ ਹੀ ਸੰਸਾਰ ਵਿੱਚ, ਜਗਤ ਵਿੱਚ ਪ੍ਰਗਟ ਹੋ ਜਾਂਦੇ ਹਨ। ਅਨਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਜੋ ਅਨੇਕ ਪਰਦਿਆਂ ਦੇ ਵਿੱਚ ਲੁਕ ਕਰਕੇ ਵਿਕਾਰ ਕਮਾਉਂਦਾ ਹੈ, ਪਾਪ ਕਰਮ ਕਮਾਉਂਦਾ ਹੈ, ਉਹ ਸਾਰੇ ਇੱਕ ਛਿਨ ਭਾਵ ਅੱਖ ਝਮਕਣ ਦੇ ਸਮੇਂ ਵਿੱਚ ਹੀ ਸੰਸਾਰ ਜਗਤ ਵਿੱਚ ਪ੍ਰਤੱਖ ਹੋ ਜਾਂਦੇ ਹਨ, ਪ੍ਰਗਟ ਹੋ ਜਾਂਦੇ ਹਨ। ਅੰਤਰ ਸਾਚ ਨਾਮ ਰਸ ਰਾਤਾ, ਜਿਨ੍ਹਾਂ ਦੇ ਅੰਤਰ ਅੰਦਰ ਸੱਚਾ ਨਾਮ ਹੈ ਤੇ ਹਰ ਵੇਲੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਨਾਨਕ ਤਿਸ ਕਿਰਪਾਲ ਵਿਧਾਤਾ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਉੱਪਰ ਵਿਧਾਤਾ ਪਰਮੇਸ਼ਰ ਦਿਆਲੂ ਹੋਇਆ ਹੈ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ, ਜਿਸ ਦੇ ਅੰਤਰ ਅੰਦਰ ਸੱਚਾ ਨਾਮ ਹੈ, ਹਰ ਵੇਲੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਸ ਉੱਪਰ ਪਰਮੇਸ਼ਰ ਕਿਰਪਾਲੂ ਹੋਇਆ ਹੈ।